जितो शुरू कर रहे हैं, ठीक है। टॉपिक है ਤੁਹਾਡਾ equipotential surfaces, equipotential surfaces, equipotential surface and its properties। टॉपिक का नाम ये रहेगा। टॉपिक जो है कि यार एक बार इस गल ਨੂੰ ਸਮਝ ਲਿਓ। इक्विपोटेंशियल सरफेस ਅਸੀਂ डिफाइन करते हैं कि ਤੁਹਾਡੇ ਕੋਲ ਐਸ ਸੱਚ ਬੱਚੇ ਇੱਕ ਵਰਡ ਆਪਾਂ ਯੂਜ਼ ਕੀਤਾ ਸੀਗਾ ਕਿ ਜਿਹਦਾ ਗੌਜੀਅਨ ਸਰਫੇਸ ਹੁੰਦੀ ਹੈ। ਗੌਜੀਅਨ ਸਰਫੇਸ ਵਰਡ ਸੀਗਾ ਕਿ ਸਰਫੇਸ ਐਟ ਐਵਰੀ ਪੁਆਇੰਟ ਆਫ ਵਿਚ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਰਿਮੇਨ ਸੇਮ। ਜਿਸ ਸਰਫੇਸ ਦੇ ਹਰ ਪੁਆਇੰਟ ਦੇ ਉੱਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਸੇਮ ਰਵੇ ਉਹਨੂੰ ਅਸੀਂ ਕਹਿੰਦੇ ਕਿ ਵੀ ਉਹ ਮੇਰੀ ਗੌਜੀਅਨ ਸਰਫੇਸ ਆ। ਅਸੀਂ ਕਿਹਾ ਸੀ ਜਿੱਥੇ ਕਿਤੇ ਗੌਸ ਥਿਓਰਮ ਅਪਲਾਈ ਕਰਨੀ ਹੈ ਉਹਦੇ ਤੁਹਾਨੂੰ ਸਭ ਤੋਂ ਪਹਿਲਾਂ ਚਾਰਜ ਦੀ ਡਿਸਟ੍ਰੀਬਿਊਸ਼ਨ ਦੇ ਅਕੋਰਡਿੰਗਲੀ ਉਹਦੇ ਅਰਾਊਂਡ ਇੱਕ ਗੌਜੀਅਨ ਸਰਫੇਸ ਬਣਾਣੀ ਪੈਂਦੀ। ਠੀਕ ਹੈ। ਹੁਣ ਇਦਾਂ ਹੀ ਉਹਨੇ ਇੱਕ ਵਰਡ ਯੂਜ਼ ਕੀਤਾ ਹੈ ਇਕੁਇਪੋਟੈਂਸ਼ੀਅਲ। ਐਸ ਦਾ ਨੇਮ ਵਿਲ ਸੁਜੈਸਟ ਅ ਸਰਫੇਸ at every point of which potential remain same। यानी ਜਿਹੜੀ ਸਰਫੇਸ ਦੇ ਹਰ ਪੁਆਇੰਟ ਤੇ ਮੇਰੇ ਕੋਲ ਪੋਟੈਂਸ਼ੀਅਲ ਜਿਹੜਾ ਉਹ ਸੇਮ ਬਣਿਆ ਰਵੇ ਉਹਨੂੰ ਅਸੀਂ ਕਹਿੰਦੇ ਜੀ ਇਹ ਇਕੁਇਪੋਟੈਂਸ਼ੀਅਲ ਸਰਫੇਸ ਆ। ਤੇ ਉਸ ਇਕੁਇਪੋਟੈਂਸ਼ੀਅਲ ਸਰਫੇਸ ਦੀ ਸ਼ੇਪ ਕੀ ਹੋਏਗੀ ਕਹਿੰਦਾ ਜੀ ਡਿਪੈਂਡ ਕਰੇਗਾ ਮੇਰੇ ਕੋਲ ਟਾਈਪ ਆਫ ਚਾਰਜ ਕਿਦਾਂ, ਯਾਨੀ ਮੇਰੇ ਕੋਲ ਚਾਰਜ ਦੀ ਡਿਸਟ੍ਰੀਬਿਊਸ਼ਨ ਜਿਹੜੀ ਆ ਉਹ ਕਿਹੜੇ ਵੇ ਦੀ ਹੈਗੀ। ਫॉर एग्जांपल if we said we have one positive point charge, ਜੇ ਮੇਰੇ ਕੋਲ ਇੱਕ ਪੁਆਇੰਟ ਪੋਜ਼ਿਟਿਵ ਚਾਰਜ ਗਿਵਨ ਆ ਤੇ ਇਹਦੇ ਤੋਂ ਪੁੱਤ ਆਪਾਂ ਐਸਐਚ ਕੱਲ ਇੱਕ ਸਿੰਗਲ ਪੋਜ਼ਿਟਿਵ ਚਾਰਜ ਦੇ ਪੋਟੈਂਸ਼ੀਅਲ ਦਾ ਫਾਰਮੂਲਾ ਡਰਾਈਵ ਕੀਤਾ ਸੀਗਾ। ਸਿੰਗਲ ਪੁਆਇੰਟ ਚਾਰਜ ਹੋਵੇ ਉਹਦਾ ਪੋਟੈਂਸ਼ੀਅਲ ਦਾ ਫਾਰਮੂਲਾ ਸੀਗਾ kq/r। ਠੀਕ ਹੈ, ਯਾਨੀ ਪੋਟੈਂਸ਼ੀਅਲ r ਦੇ ਰੈਸਿਪਰੋਕਲ। ਠੀਕ ਹੈ ਜੀ। ਇਹਦਾ ਮਤਲਬ ਜੇ ਇਸ ਚਾਰਜ ਤੋਂ ਸਾਰੇ ਪਾਸੇ ਇਕੁਅਲ ਡਿਸਟੈਂਸ ਰੱਖ ਕੇ ਜੇ ਮੈਂ ਇਹਦੇ ਅਰਾਊਂਡ ਇੱਕ ਸਰਫੇਸ ਤਿਆਰ ਕਰਾਂ ਤੇ ਇਹਦੇ ਅਰਾਊਂਡ ਇਸ ਮੇਰਾ ਮੇਰੇ ਕੋਲ ਜਿਹੜਾ ਵਾ ਇੱਕ ਸਫੈਰਿਕਲ ਸਰਫੇਸ ਚਾਰਜ ਦੇ ਅਰਾਊਂਡ ਬਣ ਜਾਏਗੀ। यस सर। यस सर। ਯਸ ਸਰ। ਚਾਰਜ ਦੇ ਅਰਾਊਂਡ ਬਿਲਡ ਅਪ ਹੋਏਗੀ ਇਹਦੀ ਸਰਫੇਸ ਦੇ, ਯਾਨੀ ਜੇ ਮੈਂ ਇਸ ਚਾਰਜ ਦਾ ਪੋਟੈਂਸ਼ੀਅਲ ਆ A ਪੁਆਇੰਟ ਤੇ ਕੱਢਣਾ ਹੋਵੇ ਮਤਲਬ ਇਹ ਹੋਇਆ ਕਿ ਜੇ ਮੈਂ ਇਨਫਿਨਿਟੀ ਤੋਂ ਇੱਕ ਚਾਰਜ, ਕਿਉਂਕਿ ਜਿੱਥੇ ਪੋਟੈਂਸ਼ੀਅਲ ਕੱਢਦੇ ਆ ਹਮੇਸ਼ਾ ਉਹਦਾ ਮਤਲਬ ਆ कि इनफिनिटी तो उस गिवन पॉइंट पे कोई टेस्ट चार्ज लेके आए। इवन जे इनफिनिटी तो मैं इस पॉइंट पे कोई टेस्ट चार्ज लेके आवा ते इस सोर्स चार्ज दे अगेंस्ट उस चार्ज ਨੂੰ ਕਿੰਨਾ ਵਰਕ ਕਰਨਾ ਪਿਆ ਉਹ ਪੋਟੈਂਸ਼ੀਅਲ। ਸਿਮਿਲਰਲੀ ਜੇ ਮੈਂ ਇਹ ਕਹਾਂ ਜੀ ਆਪਾਂ ਕੋਈ ਚਾਰਜ ਇਨਫਿਨਿਟੀ ਤੋਂ ਆ ਕਿਸੇ B ਪੁਆਇੰਟ ਤੇ ਲੈ ਕੇ ਆਣਾ ਤੇ ਫਿਰ B ਪੁਆਇੰਟ ਤੇ ਜੇ ਮੈਂ ਚਾਰਜ ਲੈ ਕੇ ਆਵਾਂ ਤੇ ਇੱਥੇ ਜਿਹੜਾ ਐਸਐਚ ਉਹਦੇ ਲਈ ਪੋਟੈਂਸ਼ੀਅਲ ਹੋਏਗਾ ਉਹ ਕੈਲਕੂਲੇਟ ਕਰ ਲਓ। ਹੁਣ ਜੇ ਐਸਐਚ ਪੋਟੈਂਸ਼ੀਅਲ ਦੀ ਵੈਲਿਊ ਲਵਾਂ ਉਹ ਸੋਰਸ ਚਾਰਜ ਦੀ ਸਟਰੈਂਥ ਤੇ ਡਿਪੈਂਡ ਕਰਦੀ ਹੈ ਤੇ ਸੋਰਸ ਤੇ ਟੈਸਟ ਚਾਰਜ ਦੇ ਵਿਚਲੇ ਡਿਸਟੈਂਸ ਤੇ। ਜਿੰਨਾ ਡਿਸਟੈਂਸ ਐਸਐਚ ਮੇਰੇ ਕੋਲ ਸੈਂਟਰ ਤੋਂ A ਪੁਆਇੰਟ ਦਾ ਵਾ ਉਨੀ ਡਿਸਟੈਂਸ ਮੇਰੇ ਕੋਲ ਸੈਂਟਰ ਤੋਂ B ਪੁਆਇੰਟ ਦਾ ਵੀ ਹੈ ਨਾ। ਜਾਂ ਇਸ ਸਰਫੇਸ ਤੇ ਕੋਈ ਵੀ ਹੋਰ ਪੁਆਇੰਟ ਲੈ ਲਾ ਉਹਦਾ ਵੀ ਇੰਨੇ ਪੋਟੈਂਸ਼ੀਅਲ ਆ। ਇਹਦਾ ਮਤਲਬ ਜੇ ਸਾਰੇ ਪਾਸੇ ਮੇਰੇ ਕੋਲ ਜਿਹੜੇ ਡਿਸਟੈਂਸ ਸੇਮ ਆ ਹੈ ਨਾ, ਸੋਰਸ ਚਾਰਜ ਦੀ ਸਟਰੈਂਥ ਸੇਮ ਆ ਸਾਰੇ ਟੈਸਟ ਚਾਰਜਾਂ ਵਾਸਤੇ, ਤੇ ਇਹਦਾ ਮਤਲਬ ਇਹ ਹੋ ਗਿਆ A ਪੁਆਇੰਟ B ਪੁਆਇੰਟ C ਪੁਆਇੰਟ ਇਹਨਾਂ ਸਾਰੇ ਪੁਆਇੰਟ ਤੇ ਪੋਟੈਂਸ਼ੀਅਲ ਵੀ ਸੇਮ ਲਓ। यस सर। ਤੇ ਜੇ ਇਹਨਾਂ ਸਾਰੇ ਪੁਆਇੰਟ ਤੇ ਪੋਟੈਂਸ਼ੀਅਲ ਦੀ ਵੈਲਿਊ ਸੇਮ ਆ ਹੈ ਨਾ ਤੇ ਫਿਰ ਜੇ ਇਹਨਾਂ ਦੇ ਜਿੰਨੇ ਵੀ ਇਕੁਅਲ ਡਿਸਟੈਂਸ ਤੇ ਸਾਰੇ ਪੁਆਇੰਟ ਮੈਂ ਮਾਰਕ ਕਰਦਾ ਜਾਵਾਂ ਉਹ ਸਾਰੇ ਪੁਆਇੰਟ ਨੂੰ ਜੁਆਇਨ ਕਰ ਲਵਾਂ ਤੇ ਚਾਰਜ ਦੇ ਅਰਾਊਂਡ ਜਿਹੜੀ ਸਰਫੇਸ ਬਣ ਜਾਏਗੀ ਉਹਨੂੰ ਅਸੀਂ ਇਕੁਅਲ ਪੋਟੈਂਸ਼ੀਅਲ ਸਰਫੇਸ ਕਹਿ ਸਕਦੇ ਹਾਂ। यस सर। ਇਹਦਾ ਮਤਲਬ ਜੇ ਆਪਾਂ ਇਸ ਮੂਵਮੈਂਟ ਤੇ ਲਿਖੀਏ ਹੇਅਰ VA ਦੀ ਵੈਲਿਊ VB ਦੀ ਵੈਲਿਊ VC ਦੀ ਵੈਲਿਊ ਹਰ ਥਾਂ ਤੇ ਮੇਰੇ ਕੋਲ ਪੋਟੈਂਸ਼ੀਅਲ ਸੇਮ ਆ ਤੇ ਵਿੱਚ ਇਹ ਸਾਰੇ ਸਰਫੇਸਿਸ ਜਿਹੜੇ ਮੇਰੇ ਕੋਲ ਐਸਐਚ ਇਦਾਂ ਦੇ ਸਾਰੇ ਪੁਆਇੰਟ ਜੁਆਇਨ ਕਰਕੇ, ਯਾਨੀ ਜੇ ਮੈਂ ਇਸ ਪੂਰੇ ਦੇ ਪੂਰੇ ਸਫੀਅਰ ਨੂੰ ਆ ਡਾਟਡ ਪੁਆਇੰਟ ਚ ਗਿਣਾ ਤੇ ਆ ਸਾਰੇ ਡਾਟਡ ਪੁਆਇੰਟ ਜੁਆਇਨ ਕਰਕੇ ਜੇ ਮੈਂ ਚਾਰਜ ਦੇ ਅਰਾਊਂਡ ਇੱਕ ਸਰਫੇਸ ਬਣਾ ਦਵਾਂ ਤੇ ਉਹ ਜਿਹੜੀ ਇੱਕ ਸਫੈਰਿਕਲ ਸਰਫੇਸ ਚਾਰਜ ਦੇ ਅਰਾਊਂਡ ਬਣਦੀ ਆ ਉਹਨੂੰ ਅਸੀਂ ਕਹਿੰਦੇ ਉਹ ਇਕੁਇਪੋਟੈਂਸ਼ੀਅਲ ਸਰਫੇਸ ਹੋਏਗੀ। क्या डेफिनेशन समझ लगी? यस सर। So surface at
every point of which potential remain same, that surface is to be called as a equipotential. ਹੁਣ ਇਹਦੀਆਂ 2 ਤੋਂ 3 ਪ੍ਰੋਪਰਟੀਆਂ ਆ ਇਕੁਇਪੋਟੈਂਸ਼ੀਅਲ ਸਰਫੇਸ ਦੀਆਂ। ਉਹਨਾਂ ਵਿੱਚੋਂ ਇੱਕ ਪ੍ਰੋਪਰਟੀ ਆਉਂਦੀ ਹੈ ਜੀ, ਕਹਿੰਦਾ ਜੀ no work is done, ਸਿਰਫ ਸਮਝ ਲਈਓ, ਨੋਟਸ ਮੈਂ ਤੁਹਾਨੂੰ ਭੇਜ ਦਾਂਗਾ। no work is done in moving a test charge from one point to another point on an equipotential surface। मतलब ਕੀ ਹੋਇਆ ਕਿ ਜੇ ਮੈਂ ਕਿਸੇ ਟੈਸਟ ਚਾਰਜ ਨੂੰ ਮੰਨ ਲਓ C ਪੁਆਇੰਟ ਤੋਂ A ਪੁਆਇੰਟ ਤੇ ਜਾਂ A ਤੋਂ B ਪੁਆਇੰਟ ਤੇ ਜਾਂ B ਤੋਂ C ਪੁਆਇੰਟ ਤੇ ਮੈਂ ਸ਼ਿਫਟ ਕਰਨਾ ਹੋਵੇ ਤੇ ਮੈਨੂੰ ਉਸ ਟੈਸਟ ਚਾਰਜ ਨੂੰ ਮੂਵ ਕਰਨ ਵਾਸਤੇ ਕਹਿੰਦਾ ਕੋਈ ਵਰਕ ਨਹੀਂ ਕਰਨਾ ਪਏਗਾ। ਕਹਿੰਦਾ ਵੀ ਉਹ ਕਿਉਂ? ਤੇ ਆਪਾਂ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਚ ਚੱਲਦੇ। ਵੀ ਨੋ ਦੈਟ ਪੋਟੈਂਸ਼ੀਅਲ ਦਾ ਫਾਰਮੂਲਾ ਸੀਗਾ ਵਰਕ ਬਾਈ ਟੈਸਟ ਚਾਰਜ। ठीक है, पोटेंशियल या पोटेंशियल डिफरेंस नु ਅਸੀਂ ਨਾਮ ਦਿੰਦੇ ਕਿ ਵੀ ਇਹ ਮੇਰੇ ਕੋ ਟਰਮ ਵਰਕ ਪਰ ਯੂਨਿਟ ਟੈਸਟ ਚਾਰਜ ਹੈ, ਕਿਉਂਕਿ ਇਸ ਵੇਲੇ ਗੱਲ ਕਰਦਾ ਪਿਆ ਪੋਟੈਂਸ਼ੀਅਲ ਡਿਫਰੈਂਸ ਦੀ, ਹਨਾ। ਤੇ ਇੱਥੇ ਜਿਹੜਾ V ਹੈਗਾ ਆਪਾਂ V ਦੀ ਥਾਂ ਤੇ ਇੱਥੇ VA VB ਲਿਖ ਲਿਓ, ਇੱਥੇ VA VB ਲਿਖਦਾ ਜਾਂ VB VA ਲਿਖ ਦੋ, ਐਸੇ ਤੇ ਕੋਈ ਫਰਕ ਨਹੀਂ ਕਿਉਂਕਿ ਦੋਨਾਂ ਪੁਆਇੰਟਾਂ ਤੇ ਪੋਟੈਂਸ਼ੀਅਲ ਸੇਮ। ठीक है, ਤੇ ਜੇ ਇਸ ਮੂਮੈਂਟ ਤੇ ਮੈਂ ਵਰਕ ਡਨ ਕੱਢਣਾ ਹੋਵੇ ਇਸ Q0 ਟੈਸਟ ਚਾਰਜ ਨੂੰ A ਪੁਆਇੰਟ ਤੋਂ B ਪੁਆਇੰਟ ਤੇ ਸ਼ਿਫਟ ਕਰਨ ਲਈ, ਤੇ ਆਪਾਂ ਇਥੋਂ ਵਰਕ ਕੱਢੀਏ ਤੇ ਕਿਉਂਕਿ ਵਰਕ ਦਾ ਫਾਰਮੂਲਾ ਬਣ ਗਿਆ ਟੈਸਟ ਚਾਰਜ। ਇਹ ਵੈਸੇ ਵੀ ਫਾਰਮੂਲਾ ਯਾਰ ਕਿ ਟੈਸਟ ਚਾਰਜ ਇਨਟੂ ਪੋਟੈਂਸ਼ੀਅਲ ਡਿਫਰੈਂਸ, ਯਾਨੀ ਵਰਕ ਦਾ ਮੇਰਾ ਟੈਸਟ ਚਾਰਜ ਇਨਟੂ ਪੋਟੈਂਸ਼ੀਅਲ ਡਿਫਰੈਂਸ ਦੇ ਬਰਾਬਰ। ਪਰ ਉੱਪਰ ਮੇਰੇ ਕੋਲ ਕੰਡੀਸ਼ਨ ਇਹ ਆਈ ਆ ਕਿ ਵੀ VA ਤੇ VB ਇਕੁਅਲ ਆ, ਤੇ ਜੇ VA VB ਇਕੁਅਲ ਆ ਤੇ ਆ ਟਰਮ ਆਪਸ ਵਿੱਚ ਕੈਨਸਲ ਹੋ ਜੂ। ਇਹਦਾ ਮਤਲਬ ਸਾਡਾ ਜਿਹੜਾ ਵਰਕ ਡਨ ਦੀ ਵੈਲਿਊ ਹੋਏਗੀ ਦੈਟ ਵਰਕ ਡਨ ਕਮ ਆਊਟ ਟੂ ਬੀ 0। yes sir। ਇਹ ਆਪਣੀ ਇੱਕ ਫਰਸਟ ਪ੍ਰੋਪਰਟੀ ਆ, ਇਹ ਬੋਰਡ 'ਚ ਆਇਆ ਹੋਇਆ ਕੁਐਸਚਨ ਹੈਗਾ। ਠੀਕ ਹੈ ਜੀ, ਇਕੁਇਪੋਟੈਂਸ਼ੀਅਲ ਸਰਫੇਸ ਦੀਆਂ ਕੈਰੈਕਟਰਿਸਟਿਕਸ ਦੀਆਂ ਉਹਦੀਆਂ ਪ੍ਰੋਪਰਟੀਆਂ ਦੱਸੋ। ਤੇ ਉਹਦੇ ਵਿੱਚ ਇੱਕ ਪ੍ਰੋਪਰਟੀ ਆ ਜਾਂਦੀ ਹੈ ਕਿ ਵੀ ਇਕੁਇਪੋਟੈਂਸ਼ੀਅਲ ਸਰਫੇਸ ਦੇ ਹਰ ਪੁਆਇੰਟ ਤੇ ਜਦੋਂ ਵੀ ਚਾਰਜ ਦੀ ਸ਼ਿਫਟਿੰਗ ਕਰਾਂਗੇ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਉਹਨੂੰ ਮੂਵ ਕਰਾਉਣ ਲਈ ਕੋਈ ਵਰਕ ਨਹੀਂ ਕਰਨਾ ਪੈਂਦਾ, ਕਿਉਂਕਿ ਵਰਕ ਡਨ ਹੁੰਦਾ ਟੈਸਟ ਚਾਰਜ ਇਨਟੂ ਪੋਟੈਂਸ਼ੀਅਲ ਡਿਫਰੈਂਸ। ਟੈਸਟ ਚਾਰਜ ਤੇ ਸ਼ਿਫਟ ਹੁੰਦਾ ਪਿਆ ਪਰ ਉਸ ਇਕੁਇਪੋਟੈਂਸ਼ੀਅਲ ਸਰਫੇਸ ਦੇ ਹਰ ਪੁਆਇੰਟ ਤੇ ਪੋਟੈਂਸ਼ੀਅਲ ਸੇਮ ਹੋਣ ਕਰਕੇ ਪੋਟੈਂਸ਼ੀਅਲ ਡਿਫਰੈਂਸ ਬਣੇਗਾ ਹੀ ਨਹੀਂ, ਤੇ ਜੇ ਪੋਟੈਂਸ਼ੀਅਲ ਡਿਫਰੈਂਸ ਨਹੀਂ ਹੋਊਗਾ ਤਾਂ ਉਹਦਾ ਵਰਕ ਡਨ ਵੀ 0 ਆ। ਕੀ ਪ੍ਰੋਪਰਟੀ ਕਲੀਅਰ? यस सर। ਚਲੋ ਇਹਦੀ ਇੱਕ ਸੈਕਿੰਡ ਪ੍ਰੋਪਰਟੀ ਹੈਗੀ ਆ, ਆਪਾਂ ਜੇ ਹੁਣ ਆ ਕਹੀਏ ਕਿ ਵੀ ਸੈਂਟਰ ਤੇ ਮੇਰੇ ਕੋਲ ਇੱਥੇ ਇੱਕ ਚਾਰਜ ਪਿਆ ਪਲੱਸ q ਕੂਲਮ। ਠੀਕ ਹੈ, ਉਹ ਕਹਿੰਦਾ ਜੀ ਇਸ ਚਾਰਜ ਤੋਂ ਇਲੈਕਟ੍ਰਿਕ ਫੀਲਡ ਲਾਈਨਾਂ ਨਿਕਲਦੀਆਂ ਪਈਆਂ। ਪੋਜ਼ਿਟਿਵ ਚਾਰਜ ਆ, ਇਲੈਕਟ੍ਰਿਕ ਫੀਲਡ ਆਊਟਵਰਡ ਨਿਕਲਦਾ, ਨੈਗੇਟਿਵ ਹੋਏਗਾ ਤੇ ਇਨਵਰਡ। ਹੁਣ ਜੇ ਮੈਂ ਕਹਾਂ ਜੀ ਆ ਇਲੈਕਟ੍ਰਿਕ ਫੀਲਡ ਲਾਈਨਸ ਆ, ਜਦੋਂ ਮੈਂ ਸਰਫੇਸ ਤੇ ਇਲੈਕਟ੍ਰਿਕ ਫੀਲਡ ਲਾਈਨਾਂ ਡਰਾ ਕਰਨੀਆਂ ਆ, ਮੈਂ 2-3 ਡਿਜ਼ਾਈਨ ਬਣਾਏ ਆ। ठीक है, आ 2-3 ਆਪਾਂ ਡਿਜ਼ਾਈਨ ਬਣਾਏ। ਮੈਨੂੰ ਪੁੱਛਦਾ ਕਿ ਇਹਨਾਂ ਵਿੱਚੋਂ ਦੱਸੋ ਜੀ ਕਿਹੜੀ ਇਲੈਕਟ੍ਰਿਕ ਫੀਲਡ ਲਾਈਨ ਜਿਹੜੀ ਆ ਉਹਦਾ ਪਾਥ ਪੋਸੀਬਲ ਨਹੀਂ ਹੈਗਾ। ਜਾਂ ਇਹਦੀ ਥਾਂ ਤੇ ਇੱਕ ਫਿਗਰ ਆ ਬਣਾ ਲੈਣਾ ਕਿ ਵੀ ਮੰਨ ਲਓ ਆ ਮੇਰੇ ਕੋਲ ਇੱਕ ਕੋਈ ਸਰਕਲ ਆ, ਇਹਦੇ ਵਿੱਚ ਦੀ ਇੱਕ ਇਲੈਕਟ੍ਰਿਕ ਲਾਈਨ ਆ ਨਿਕਲਦੀ ਪਈ, ਇਹਨੂੰ ਲਾਈਨ ਨੰਬਰ 1 ਕਹਿ ਦਿੰਦੇ। ਇੱਕ ਇਹਦੇ ਵਿੱਚ ਮੇਰੇ ਕੋਲ ਇਲੈਕਟ੍ਰਿਕ ਦੀ ਲਾਈਨ ਕੁਝ ਇਦਾਂ ਨਿਕਲਦੀ ਪਈ। ਤੀਜੀ ਇਲੈਕਟ੍ਰਿਕ ਦੀ ਲਾਈਨ ਜਿਹੜੀ ਆ ਮੇਰੇ ਕੋਲ ਕੁਝ ਇਸ ਵੇ ਨਾਲ ਆਉਂਦੀ ਪਈ। ਉਹ ਕਹਿੰਦਾ ਜੀ out of all these path है ना, now which of the electric field line will be passing through the surface। ਇਹਨਾਂ ਵਿੱਚੋਂ ਕਿਹੜੀ ਉਹ ਇਲੈਕਟ੍ਰਿਕ ਫੀਲਡ ਲਾਈਨ ਆ ਜਿਹੜੀ ਅਸੀਂ ਮੰਨੀਏ ਕਿ ਵੀ ਇਸ ਸਰਫੇਸ ਉੱਤੇ ਐਗਜ਼ਿਸਟ ਕਰ ਸਕਦੀ ਹੈ। ਤੇ ਬੇਟਾ ਉਹਦੀ ਇੱਕ ਪ੍ਰੋਪਰਟੀ ਆ ਇਲੈਕਟ੍ਰਿਕ ਫੀਲਡ ਲਾਈਨ ਕਿਸੇ ਵੀ ਇਕੁਇਪੋਟੈਂਸ਼ੀਅਲ ਸਰਫੇਸ ਤੇ ਹਮੇਸ਼ਾ ਪਰਪੈਂਡੀਕੂਲਰ ਟੂ ਸਰਫੇਸ ਹੁੰਦੀ ਹੈ। ਮੈਂ ਫੇਰ ਲਾਈਨ ਰਿਪੀਟ ਕਰ ਰਿਹਾ, ਜਿਹੜੀ ਵੀ ਇਕੁਇਪੋਟੈਂਸ਼ੀਅਲ ਸਰਫੇਸ ਹੋਏਗੀ ਉਸ ਸਰਫੇਸ ਤੋਂ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਾਂ ਨੂੰ ਕੱਟ ਕਰਕੇ ਨਿਕਲਣਗੀਆਂ ਉਹ ਲਾਈਨਾਂ ਹਮੇਸ਼ਾ ਤੁਹਾਡੀ ਗਿਵਨ ਸਰਫੇਸ ਦੇ ਨਾਰਮਲ ਹੋਣੀਆਂ ਚਾਹੀਦੀਆਂ, ਪਰਪੈਂਡੀਕੂਲਰ ਹੋਣੀਆਂ ਚਾਹੀਦੀਆਂ। ਕਹਿੰਦਾ ਵੀ ਪਰਪੈਂਡੀਕੂਲਰ ਹੀ ਕਿਉਂ? ਤੇ ਉਸ ਚੀਜ਼ ਨੂੰ ਪ੍ਰੂਵ ਕਰਨ ਲਈ ਆਪਾਂ ਇਹਦੇ ਅੰਦਰ ਕੰਡੀਸ਼ਨ ਕੀ ਦਿੰਦੇ, ਉਸ ਕੁਐਸਚਨ ਦਾ ਆਨਸਰ ਬਾਅਦ ਚ ਜੋੜਾਂਗਾ। ਪਹਿਲਾਂ ਇਹਦੀ ਸੈਕਿੰਡ ਜਿਹੜੀ ਪ੍ਰੋਪਰਟੀ ਬੋਲਦੇ ਆ ਕਿ ਇਲੈਕਟ੍ਰਿਕ ਫੀਲਡ ਲਾਈਨ ठीक है हमेशा गिवन सरफेस दे परपेंडिकुलर होएगी। डीएल लिखदा मैं जेडी स्मॉल डिस्प्लेसमेंट, मान लो एक चार्ज नु मैं ए तो बी शिफ्ट कीता, यानी चार्ज दी आ स्मॉल डिस्प्लेसमेंट करानी है। ते पुੱਤ ਜਦੋਂ मैं चार्ज स्मॉल डिस्प्लेस कराया ना ते ਅਸੀਂ ਕਹਿੰਦੇ ਜਿਹਦਾ ਵਰਕ ਡਨ ਕੱਢੋਗੇ। ਤੇ we know that
we know that work done ਦਾ formula force into displacement ਹੁੰਦਾ work done ਦਾ formula force into displacement ਆ force ਨੂੰ ਅਸੀਂ q naught e ਲਿਖ ਸਕਦੇ ਆ ਠੀਕ ਹੈ ਨਾ ਇਲੈਕਟ੍ਰਿਕ ਫੀਲਡ ਦਾ ਆ ਫਾਰਮੂਲਾ ਆਪਾਂ ਪੜਿਆ ਹੋਇਆ F/q naught ਤੇ ਤੋਂ ਆਪਾਂ F ਦਾ ਫਾਰਮੂਲਾ q naught e ਲਿਖ ਦਿੱਤਾ ਡਾਟ dl ਵੈਕਟਰ ਤੇ ਜੇ ਮੈਂ ਇਹਨੂੰ ਸਪਲਿਟ ਕਰ ਦਵਾਂ ਤੇ ਇਹਨੂੰ ਲਿਖ ਲਵਾਂ ਕਿ ਮੇਰੀ ਟਰਮ ਬਣ ਗਈ q naught e dl cos θ ਇਹ ਨਾ ਆ ਜਾਏਗਾ ਜੀ ਕਲੀਅਰ ਨਹੀਂ ਗੱਲ Yes, sir. ਹੁਣ ਜਿਹੜਾ ਆਪਾਂ ਉਹ ਤੇ ਵਰਕ ਕੱਢਦੇ ਪਏ ਟੈਸਟ ਚਾਰਜ ਨੂੰ ਅਸੀਂ ਜਦੋਂ ਮੂਵ ਕਰਾਇਆ EQ ਪੋਟੈਂਸ਼ੀਅਲ ਸਰਫੇਸ ਤੇ ਮੂਵ ਕਰਾਇਆ ਤੇ EQ ਪੋਟੈਂਸ਼ੀਅਲ ਸਰਫੇਸ ਤੇ ਪਿਛਲੀ ਪ੍ਰਾਪਰਟੀ ਅਸੀਂ ਇਹ ਪੜ੍ਹੀ ਆ ਕਿ work done in moving the charge from one point to another point on EQ potential surface that always to be zero ਇਹਦਾ ਮਤਲਬ ਆ work done ਦੀ ਵੈਲਿਊ ਜਿਹੜੀ ਲਿਖਦਾ ਪਿਆ ਇਹ work done EQ potential surface ਤੇ 0 ਹੋਏਗਾ ਜੇ ਇਹ 0 ਆ ਤਾਂ 0 equal to q naught e dl cos θ यानी सारी चीजों की प्रोडक्ट 0 ਤੇ ਆਪਾਂ ਮੈਥਮੈਟਿਕਸ ਚ ਕਹਿੰਦੇ ਕਿ ਜੇ ਸਾਰੀ ਪ੍ਰੋਡਕਟ 0 ਕੋਈ ਇੱਕ ਟਰਮ ਤਾਂ 0 ਹੋਏਗੀ Yes, sir. ਹੁਣ q naught ਦਾ ਟੈਸਟ ਚਾਰਜ ਦੀ ਵੈਲਿਊ ਉਹ ਤਾਂ 0 ਹੈ ਨਹੀਂ ਸਰਫੇਸ ਤੇ ਟੈਸਟ ਚਾਰਜ ਤਾਂ ਪਿਆ ਹੀ ਪਿਆ ਵਾ ਉਹ ਪਲੱਸ ਜ਼ਿਆਦਾ ਨਾ ਸੀ ਤੇ +1 ਕੂਲਮ ਤੇ ਹੈਗਾ ਹੀ ਆ ਇਲੈਕਟ੍ਰਿਕ ਫੀਲਡ ਹਮੇਸ਼ਾ ਸੋਰਸ ਚਾਰਜ ਲਗਾਉਂਦਾ ਇਮਲ ਜੇ ਤੇ ਸੈਂਟਰ ਤੇ ਸੋਰਸ ਚਾਰਜ ਪਿਆ ਤੇ ਇਹਦਾ ਇਲੈਕਟ੍ਰਿਕ ਫੀਲਡ ਵੀ 0 ਨਹੀਂ ਤੇ dl ਇੱਥੇ ਜਿਹੜੀ ਚਾਰਜ ਦੀ ਸਮਾਲ ਡਿਸਪਲੇਸਮੈਂਟ ਕਰਾਈ ਆ ਇਮਲ dl ਵੀ 0 ਨਹੀਂ ਇਹਦਾ ਮਤਲਬ ਇਸ ਰਿਲੇਸ਼ਨ ਚੋਂ ਲਿਖਾਂ ਇਸ ਰਿਲੇਸ਼ਨ ਚ ਲਿਖਾਂ ਕਿ ਐਜ਼ q naught ਇਹਦੇ ਵਿੱਚ 0 ਨਹੀਂ ਠੀਕ ਹੈ ਜੀ ਇਹਦੇ ਵਿੱਚੋਂ ਇਲੈਕਟ੍ਰਿਕ ਫੀਲਡ 0 ਨਹੀਂ ਇੱਥੇ ਡਿਸਪਲੇਸਮੈਂਟ ਨਾਨ 0 ਆ ਤੇ ਇਹਦਾ ਮਤਲਬ 0 ਹੋਣ ਵਾਲੀ ਟਰਮ ਇੱਕੋ ਹੀ ਹੋਈ Yes, sir. therefore ਜਿਹੜੀ ਟਰਮ ਇਸ ਵੇਲੇ 0 ਹੋਈ ਆ ਉਹ cos θ ਤੇ ਬੱਚੇ ਜੇ cos θ 0 ਆ ਤੇ θ ਮੇਰਾ 90 ਡਿਗਰੀ ਹੋਏਗਾ Yes, sir. ਹੁਣ ਆਪਾਂ ਜੇ θ ਲਈਏ θ ਕਿਹਦੇ ਵਿੱਚ ਐਂਗਲ ਸੀਗਾ ਇਲੈਕਟ੍ਰਿਕ ਫੀਲਡ ਵੈਕਟਰ ਐਂਡ ਸਮਾਲ ਡਿਸਪਲੇਸਮੈਂਟ ਔਨ EQ ਪੋਟੈਂਸ਼ੀਅਲ ਸਰਫੇਸ ਇਹਦਾ ਮਤਲਬ ਆਜ ਕੀ ਚੀਜ਼ ਆ ਇਹ EQ ਪੋਟੈਂਸ਼ੀਅਲ ਸਰਫੇਸ ਦੀ ਸਮਾਲ ਲੈਂਥ ਆ ਤੇ ਆ ਇਲੈਕਟ੍ਰਿਕ ਫੀਲਡ ਵੈਕਟਰ ਆ ਤੇ ਆ θ 90 ਇਹ ਕਹਿੰਦਾ ਪਿਆ ਕਿ ਵੀ ਜਿਹੜੀ EQ ਪੋਟੈਂਸ਼ੀਅਲ ਸਰਫੇਸ ਦੀ ਲੈਂਥ ਹੋਏਗੀ ਤੇ ਉਹਦੇ ਵਿੱਚੋਂ ਨਿਕਲਣ ਵਾਲੀ ਜਿਹੜੀ ਇਲੈਕਟ੍ਰਿਕ ਫੀਲਡ ਲਾਈਨ ਹੋਏਗੀ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਪਰਪੈਂਡੀਕੂਲਰ ਹੋਣਗੀਆਂ ਇਸ ਲਈ ਜੇ ਮੈਂ ਇੱਥੇ ਪਾਥ ਡਿਫਰੈਂਟ ਡਿਫਾਈਨ ਕਰਾਂ ਤੇ ਇਹਦੇ ਵਿੱਚ ਇੱਕ ਪਾਥ ਰੋਂਗ ਆ ਜਿਹੜਾ ਪਾਥ ਨੰਬਰ 3 ਦਿਖਾਣੇ ਪਏ ਕਹਿੰਦਾ ਜੀ ਜੇ ਇਹ ਇਲੈਕਟ੍ਰਿਕ ਫੀਲਡ ਲਾਈਨ ਸਰਫੇਸ ਦੇ ਪਰਪੈਂਡੀਕੂਲਰ ਨਹੀਂ ਨਿਕਲਦੀ ਪਈ ਤੇ ਇਹਦਾ ਮਤਲਬ ਆ ਪਾਥ ਇਲੈਕਟ੍ਰਿਕ ਫੀਲਡ ਲਾਈਨ ਦਾ ਪੋਸੀਬਲ ਨਹੀਂ ਹੋਏਗਾ ਤੇ ਇਹਦੇ ਵਿੱਚੋਂ ਕਵਾਂ ਤੇ ਜਿਹੜਾ ਪਾਥ ਨੰਬਰ 2 ਹੈਗਾ ਠੀਕ ਹੈ ਇਹ ਇਸ ਲਈ ਪੋਸੀਬਲ ਨਹੀਂ ਕਿਉਂਕਿ ਕਿਸੇ ਵੀ ਹੋਲੋ ਸਫੀਅਰ ਦੇ ਅੰਦਰ ਇਲੈਕਟ੍ਰਿਕ ਫੀਲਡ 0 ਹੁੰਦਾ ਇਹ ਆਪਾਂ ਪ੍ਰੋਪਰਟੀ ਡਿਸਕਸ ਕੀਤੀ ਸੀਗੀ ਕਿ ਜੇ ਮੰਨ ਲਓ ਇਹਦੇ ਅੰਦਰ ਇੱਥੇ +q ਕੂਲਮ ਚਾਰਜ ਪਿਆ ਵਾ ਸੈਂਟਰ 'ਚ ਇਹਦੇ ਕਰਕੇ ਇਹਦੇ ਅੰਦਰਲੇ ਪਾਸੇ -q ਚਾਰਜ ਆ ਜਾਣਾ ਠੀਕ ਹੈ ਬਾਹਰਲੇ ਪਾਸੇ +q ਆ ਜਾਣਾ ਇਹਦਾ ਮਤਲਬ ਆ +q ਤੇ -q ਇੱਕ ਦੂਜੇ ਦਾ ਇਫੈਕਟ ਖਤਮ ਕਰ ਦਿੰਦੇ ਅੰਦਰ ਇਹਦਾ ਮਤਲਬ ਇਲੈਕਟ੍ਰਿਕ ਫੀਲਡ ਐਗਜ਼ਿਸਟ ਨਹੀਂ ਕਰਦਾ ਠੀਕ ਹੈ ਤੇ ਆ ਇਲੈਕਟ੍ਰਿਕ ਲਾਈਨ ਵਿੱਚ ਦੀ ਨਿਕਲਦੀ ਵੀ ਇਸ ਲਈ ਇਹ ਪਾਥ ਪੋਸੀਬਲ ਨਹੀਂ ਜੇ ਪਾਥ ਨੰਬਰ 1 ਬੋਲਾ ਤੇ ਇਹ ਲਾਈਨ ਐਸ ਸੱਚ ਇਸ ਸਰਫੇਸ ਦੇ ਆ ਥਾਂ ਦੇ ਉੱਤੇ ਠੀਕ ਹੈ ਜੀ ਇਸ ਥਾਂ ਤੇ ਪਰਪੈਂਡੀਕੂਲਰ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਸਰਫੇਸ ਇਹ ਲਾਈਨ ਯਾਦ ਰੱਖਿਓ ਬਹੁਤ ਥਾਂ ਤੇ ਲੋੜ ਆ ਕੋਈ ਵੀ ਸਫੈਰਿਕਲ ਸਰਫੇਸ ਹੋਵੇ ਉਹਦੇ ਤੇ ਜਿਹੜੀ ਲਾਈਨ ਪਰਪੈਂਡੀਕੂਲਰ ਹੁੰਦੀ ਆ ਉਹ ਹਮੇਸ਼ਾ ਸੈਂਟਰ ਚੋਂ ਪਾਸ ਹੁੰਦੀ ਹੈ ਮਤਲਬ ਜੇ ਮੈਂ ਆ ਇੱਕ ਸਰਫੇਸ ਬਣਾਵਾਂ ਠੀਕ ਹੈ ਇਹ ਆਪਟਿਕਸ ਵੀ ਲਾਈਨ ਆਪਣੇ ਦਿਮਾਗ 'ਚ ਰੱਖਣੀ ਪੈਂਦੀ ਹੈ ਜੇ ਮੈਂ ਇੱਥੇ ਕਹਾਂ ਜੀ ਇਸ ਪੁਆਇੰਟ ਤੇ ਪਰਪੈਂਡੀਕੂਲਰ ਡਰਾ ਕਰਨਾ ਤੇ ਤੁਸੀਂ ਇਸ ਪੁਆਇੰਟ ਨੂੰ ਤੇ ਸੈਂਟਰ ਆਫ ਕਰਵੇਚਰ ਨੂੰ ਯਾਨੀ ਆ ਸਫੀਅਰ ਦੇ ਸੈਂਟਰ ਨੂੰ ਜੁਆਇਨ ਕਰੋ ਉਹ ਲਾਈਨ ਪਰਪੈਂਡੀਕੂਲਰ ਤੇ ਆ ਲਾਈਨ ਕਿਤੇ ਵੀ ਜਿਹੜੀ ਆ ਇਹ ਸਫੀਅਰ ਦੇ ਸੈਂਟਰ ਚੋਂ ਨਹੀਂ ਨਿਕਲਣੀ ਇਸ ਲਈ ਇਹ ਲਾਈਨ ਜਿਹੜੀ ਆ ਉਹ ਐਸ ਸੱਚ ਪਰਪੈਂਡੀਕੂਲਰ ਨਹੀਂ ਹੈਗੀ ਜੇ 3 ਨੰਬਰ ਪਾਸ ਲਈਏ ਸੀ ਕਹਿੰਦੇ ਜੀ ਇਹ ਲਾਈਨ ਐਸ ਸੱਚ ਜੇ ਮੈਂ ਇੱਥੇ ਇੱਕ ਟੈਂਜੈਂਟ ਡਰਾ ਕਰ ਦਵਾਂ ਹਨਾ ਤੇ ਆ ਟੈਂਜੈਂਟ ਤੇ ਲਾਈਨ ਪਰਪੈਂਡੀਕੂਲਰ ਇਹਦਾ ਮਤਲਬ ਜਿਹੜਾ ਪਾਥ ਨੰਬਰ 3 ਹੈਗਾ ਇਹ ਇਲੈਕਟ੍ਰਿਕ ਫੀਲਡ ਲਾਈਨ ਇਸ ਸਰਫੇਸ ਤੇ ਪੋਸੀਬਲ ਹੈਗੀ ਜਿਹੜੀ ਸਰਫੇਸ ਤੇ ਪਰਪੈਂਡੀਕੂਲਰ ਆ ਕੀ ਇੰਨੀ ਗੱਲ ਸਮਝ ਆਈ Yes, sir. Yes, sir. ਬੇਟੇ ਦੋ ਪ੍ਰੋਪਰਟੀਆਂ ਨੇ ਮੇਨ EQ ਪੋਟੈਂਸ਼ੀਅਲ ਸਰਫੇਸ ਦੀਆਂ ਨੰਬਰ 1
ਕਿ ਇਕੁਇਪੋਟੈਂਸ਼ੀਅਲ ਸਰਫੇਸ ਉੱਤੇ ਟੈਸਟ ਚਾਰਜ ਨੂੰ ਇੱਕ ਪਲੇਸ ਤੋਂ ਦੂਜੇ ਪਲੇਸ ਤੇ ਸ਼ਿਫਟ ਕਰਨ ਲੱਗੇ ਕੋਈ ਵਰਕ ਨਹੀਂ ਕਰਨਾ ਪੈਂਦਾ। ਸੈਕਿੰਡ ਕਹਿੰਦਾ ਜੀ ਇਲੈਕਟ੍ਰਿਕ ਲਾਈਨਾਂ ਜਦੋਂ ਵੀ ਡਰਾ ਕੀਤੀਆਂ ਜਾਣਗੀਆਂ ਇਕੁਇਪੋਟੈਂਸ਼ੀਅਲ ਸਰਫੇਸ ਦੇ ਉੱਤੇ ਉਹ ਲਾਈਨਸ ਹਮੇਸ਼ਾ ਤੁਹਾਡੀ ਗਿਵਨ ਸਰਫੇਸ ਦੇ ਪਰਪੈਂਡੀਕੂਲਰ ਹੋਣੀਆਂ ਚਾਹੀਦੀਆਂ। ਇੰਨੀ ਗੱਲ ਕਲੀਅਰ ਆ? Yes, sir. Yes, sir. Yes, sir. ਇਸ ਗੱਲ ਨੂੰ Excuse me, sir. ਇੱਥੇ ਚਾਰਜ ਪਿਆ ਇਹਦੇ ਅਰਾਊਂਡ ਆ ਵੀ ਇਕੁਇਪੋਟੈਂਸ਼ੀਅਲ ਸਰਫੇਸ ਆ, ਇਹਦਾ ਰੇਡੀਅਸ ਛੋਟਾ ਹੋਏਗਾ, ਆ ਵੀ ਇਕੁਇਪੋਟੈਂਸ਼ੀਅਲ ਸਰਫੇਸ ਆ, ਠੀਕ ਹੈ ਜੀ, ਆ ਵੀ ਇਕੁਇਪੋਟੈਂਸ਼ੀਅਲ ਸਰਫੇਸ। ਇਕੁਇਪੋਟੈਂਸ਼ੀਅਲ ਸਰਫੇਸਿਸ ਦੇ ਨੰਬਰ ਆਫ ਸਰਫੇਸ ਬਣ ਜਾਣਗੀਆਂ, ਪਰ ਜਿਹੜੀਆਂ ਵੀ ਇਲੈਕਟ੍ਰਿਕ ਲਾਈਨਾਂ ਡਰਾ ਕਰਾਂਗੇ ਉਹ ਹਮੇਸ਼ਾ ਸਰਫੇਸ ਦੇ ਕਹਿੰਦਾ ਜੀ ਮੇਰੇ ਕੋਲ ਜਿਹੜੀਆਂ ਪਰਪੈਂਡੀਕੂਲਰ ਨਿਕਲਣੀਆਂ ਚਾਹੀਦੀਆਂ। ਸੋ ਜੇ ਪੁਆਇੰਟ ਚਾਰਜ ਆ ਤੇ ਪੁਆਇੰਟ ਚਾਰਜ ਦੀਆਂ ਇਕੁਇਪੋਟੈਂਸ਼ੀਅਲ ਸਰਫੇਸ ਜਿਹੜੀਆਂ ਉਹ ਹਮੇਸ਼ਾ ਸਰਫੇਸ ਦੇ ਪਰਪੈਂਡੀਕੂਲਰ ਨਿਕਲਦੀਆਂ ਤੇ ਉਹਦਾ ਪਾਥ ਕੁਝ ਇਸ ਵੇ ਨਾਲ ਸ਼ੋ ਆਫ ਕਰਾਂਗੇ। ਇਹਦੀ ਜਗ੍ਹਾ ਤੇ ਦੂਜੀ ਬੋਲ ਰਿਹਾ ਐਗਜ਼ਾਮਪਲ, ਇਹਦੀ ਜਗ੍ਹਾ ਤੇ ਜੇ ਮੇਰੇ ਕੋਲ ਕਿਤੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੋਵੇ, ਜੇ ਮੇਰੇ ਕੋਲ ਕਿਸੇ ਰੀਜਨ ਦੇ ਅੰਦਰ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੋਵੇ ਤੇ ਪੁੱਤ ਯੂਨੀਫਾਰਮ ਇਲੈਕਟ੍ਰਿਕ ਦਾ ਮੈਥਡ ਆ ਦੱਸਿਆ ਸੀ ਆਪਾਂ, ਦੋ ਪਲੇਟਸ ਲੈ ਲਈਆਂ, ਇੱਕ ਪੋਜ਼ਿਟਿਵ ਪਲੇਟ ਤੇ ਇੱਕ ਨੈਗੇਟਿਵ। ਮੇਰੇ ਦੋਨਾਂ ਹੱਥਾਂ ਦੇ ਵਿੱਚ ਗੱਬੇ ਇੱਥੇ ਅਸੀਂ ਮੰਨਦੇ ਇਲੈਕਟ੍ਰਿਕ ਫਲੋ ਹੈਗਾ ਤੇ ਉਹ ਜਿਹੜਾ ਇਲੈਕਟ੍ਰਿਕ ਫਲੋ ਜਿਹੜੀ ਲਾਈਨਾਂ ਦੇ ਨਾਲ ਡਰਾ ਕਰਾਂਗਾ ਯਾਨੀ ਆ ਵੇ ਨਾਲ, ਜਿਵੇਂ ਕਿ ਆ ਲਾਈਨਸ ਡਰਾ ਕਰਾਂ ਕਿ ਇਹ ਇਲੈਕਟ੍ਰਿਕ ਫੀਲਡ ਲਾਈਨਸ ਨੇ, ਜੇ ਆ ਇਲੈਕਟ੍ਰਿਕ ਫੀਲਡ ਲਾਈਨਸ ਨੇ ਤੇ ਜਿਹੜੀ ਇਕੁਇਪੋਟੈਂਸ਼ੀਅਲ ਸਰਫੇਸ ਇਹਨਾਂ ਲਾਈਨਸ ਨੂੰ ਇੰਟਰਸੈਕਟ ਕਰੇਗੀ ਉਹ ਇਕੁਇਪੋਟੈਂਸ਼ੀਅਲ ਸਰਫੇਸ ਹਮੇਸ਼ਾ ਇਸ ਇਲੈਕਟ੍ਰਿਕ ਫੀਲਡ ਲਾਈਨ ਦੇ ਪਰਪੈਂਡੀਕੂਲਰ ਹੋ। ਜਿੱਦਾਂ ਇੱਥੇ ਗਿਆ ਆਪਾਂ ਕਿ ਜਿਹੜੀ ਆ ਲਾਈਨ ਬਣਾਉਣਾ ਪਿਆ ਇਹ ਇਲੈਕਟ੍ਰਿਕ ਫੀਲਡ ਲਾਈਨ ਇਸ ਇਕੁਇਪੋਟੈਂਸ਼ੀਅਲ ਸਰਫੇਸ ਦੇ ਹਮੇਸ਼ਾ ਪਰਪੈਂਡੀਕੂਲਰ। ਹੁਣ ਇਲੈਕਟ੍ਰਿਕ ਫੀਲਡ ਲਾਈਨਾਂ ਡਰਾ ਕਰਤੀਆਂ ਤੇ ਜਿਹੜੀ ਇਕੁਇਪੋਟੈਂਸ਼ੀਅਲ ਸਰਫੇਸ ਹੋਏਗੀ ਉਹ ਆਪਣੇ ਆਪ ਚ ਮੇਰੇ ਕੋਲ ਇਕੁਇਪੋਟੈਂਸ਼ੀਅਲ ਸਰਫੇਸ ਜਿਹੜੀ ਆ ਇੱਕ ਪਲੇਨ ਦੀ ਸ਼ੇਪ ਚ ਹੋਏਗੀ। ਇਕੁਇਪੋਟੈਂਸ਼ੀਅਲ ਸਰਫੇਸਿਸ ਜਿਹੜੀਆਂ ਨੇ ਉਹ ਇਸ ਪਲੇਨ ਦੀ ਸ਼ੇਪ ਚ ਹੋਣਗੀਆਂ ਔਰ ਇਹ ਪਲੇਨ ਇਹਨਾਂ ਇਲੈਕਟ੍ਰਿਕ ਲਾਈਨਸ ਨੂੰ ਪਰਪੈਂਡੀਕੂਲਰ ਕੱਟ ਕਰੋਗੇ। Yes, sir. Yes, sir. ਇਸ ਗੱਲ ਨੂੰ ਆਪਾਂ ਇਹ ਕਹਿ ਰਹੇ ਹਾਂ ਕਿ ਜੇ ਇਲੈਕਟ੍ਰਿਕ ਫੀਲਡ ਲਾਈਨ ਠੀਕ ਹੈ ਜੀ ਮੇਰੇ ਇਸ ਲੈਫਟ ਰਾਈਟ ਹੈਂਡ ਤੋਂ ਲੈਫਟ ਹੈਂਡ ਵੱਲ ਜਾਂਦੀਆਂ ਪਈਆਂ ਇਸ ਵੇ ਨਾਲ ਤੇ ਆ ਮੰਨਾ ਸਾਰੀ ਥਾਂ ਤੇ ਇਲੈਕਟ੍ਰਿਕ ਫੀਲਡ ਬੇਟਾ ਤੇ ਆ ਵਿੱਚ ਗੱਪੇ ਮੈਂ ਇੱਕ ਮੋਬਾਈਲ ਨੂੰ ਰੱਖ ਦਵਾਂ ਇਲੈਕਟ੍ਰਿਕ ਲਾਈਨਾਂ ਇਸ ਵੇਲੇ ਜੇ x ਐਕਸਿਸ ਦੇ ਅਲੋਂਗ ਆ ਤੇ ਆ ਜਿਹੜਾ ਮੋਬਾਈਲ x y z ਸਰਫੇਸ ਬਣ ਗਈ ਆ ਇਹਦਾ y ਐਕਸਿਸ ਹੋ ਗਿਆ z ਐਕਸਿਸ ਹੋ ਗਿਆ ਤੇ x ਐਕਸਿਸ ਆ ਇਹ ਮਤਲਬ ਜੇ ਇਲੈਕਟ੍ਰਿਕ ਲਾਈਨਾਂ x ਦੇ ਅਲੋਂਗ ਆ ਤੇ ਜਿਹੜੀ ਇਕੁਇਪੋਟੈਂਸ਼ੀਅਲ ਸਰਫੇਸ ਹੋਏਗੀ ਉਹ ਮੇਰੇ ਕੋਲ yz ਪਲੇਨ ਚ ਹੋਏਗੀ, ਉਹ yz ਪਲੇਨ ਚ ਲਾਈ ਕਰਨਗੀਆਂ ਤੇ ਉਹ ਮੇਰੇ ਕੋਲ ਐਸਐਚ ਪਲੇਨ ਸ਼ੀਟ ਦੀ ਫਾਰਮ ਚ ਇਕੁਇਪੋਟੈਂਸ਼ੀਅਲ ਸਰਫੇਸ ਆ ਜਾਣਗੀਆਂ। ਕੀ ਇੰਨੀ ਗੱਲ ਸਮਝ ਲੱਗੀ? Yes, sir. Yes, sir. ਉਹਤੇ ਦੋ ਮੈਂ ਦਸੀਆਂ ਕਿ ਜੇ ਸਿੰਗਲ ਪੁਆਇੰਟ ਚਾਰਜ ਹੋਏਗਾ ਤੇ ਇਕੁਇਪੋਟੈਂਸ਼ੀਅਲ ਸਰਫੇਸ ਸਫੈਰਿਕਲ ਸ਼ੇਪ ਚ, ਜੇ ਮੇਰੇ ਕੋਲ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੋਏਗਾ ਤੇ ਇਕੁਇਪੋਟੈਂਸ਼ੀਅਲ ਸਰਫੇਸ ਮੇਰੀਆਂ ਜਿਹੜੀਆਂ ਨੇ ਉਹ ਪਲੇਨ ਸ਼ੀਟ ਦੀ ਫਾਰਮ ਚ ਹੋਣਗੀਆਂ ਜਿਹੜੀਆਂ ਕਿ ਇਲੈਕਟ੍ਰਿਕ ਲਾਈਨ ਨੂੰ ਪਰਪੈਂਡੀਕੂਲਰ ਕੱਟ ਕਰਨਗੀਆਂ। ਇਦਾਂ ਹੀ ਦੋ ਸਰਫੇਸ ਤੁਹਾਨੂੰ ਦੇ ਰਿਹਾ ਜਿਨ੍ਹਾਂ ਦੇ ਪੈਟਰਨ ਤੁਸੀਂ ਬੁੱਕ ਚੋਂ ਕਰੋਗੇ। ਇੱਕ ਜੇ ਮੇਰੇ ਕੋਲ ਇੱਕ ਡਾਈਪੋਲ ਗਿਵਨ ਆ, ਜੇ ਮੇਰੇ ਕੋਲ ਇੱਕ ਡਾਈਪੋਲ ਗਿਵਨ ਆ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਚਾਰਜ ਤੇ ਇਹਦਾ ਇਕੁਇਪੋਟੈਂਸ਼ੀਅਲ ਸਰਫੇਸ ਦਾ ਪੈਟਰਨ ਕਿਦਾਂ ਦਾ, ਤੇ ਦੂਜਾ ਜੇ ਮੇਰੇ ਕੋਲ ਸਿਮਿਲਰ ਚਾਰਜ ਗਿਵਨ ठीक है जे डाइपोल है फिर इक्विपोटेंशियल सरफेस के शेप चा जे डाइपोल के डाइपोल के साथ इंडिविजुअल दो सिमिलर चार्ज के बनते फिर इक्विपोटेंशियल सरफेस की शेप है। बोर्ड दे विच एज सच डाइपोल वाली इक्विपोटेंशियल सरफेस उन्होंने ड्रॉ करन नु कही हुई है। आ वाली इक्विपोटेंशियल सरफेस दा पैटर्न बोर्ड दे विच आया होया हो जो इना काम। हाँ जी सर। Yes, sir. टॉपिक है रिलेशन बिटवीन इलेक्ट्रिक फील्ड इंटेंसिटी एंड पोटेंशियल ग्रेडियंट। ਇਹਨੂੰ ਬੁੱਕ ਤੋਂ ਥੋੜਾ ਜਿਹਾ ਸੈਪਰੇਟ ਕਰਾ ਰਹੇ ਹਾਂ ਜਿਹੜੇ ਮੈਥਡ ਨਾਲ ਤੁਸੀਂ ਅੱਗੇ ਪੋਟੈਂਸ਼ੀਅਲ ਡਿਊ ਟੂ ਅ ਪੁਆਇੰਟ ਚਾਰਜ ਕੀਤਾ ਸੀ ਆਪਾਂ ਉਹਦੇ ਵਿੱਚੋਂ ਕੰਡੀਸ਼ਨ ਲੈਣ ਲੱਗੇ ਬੇਟਾ।
ਆਪਾਂ ਕਿਹਾ ਸੀ ਕਿ ਇੱਥੇ ਮੰਨ ਲਓ ਮੇਰੇ ਕੋਲ ਇੱਕ Q ਕੂਲਮ ਦਾ ਸੋਰਸ ਚਾਰਜ ਪਿਆ, ਇਸ Q ਕੂਲਮ ਦੇ ਸੋਰਸ ਚਾਰਜ ਤੋਂ ਐਸਐਚ ਅਸੀਂ ਕਹਿੰਦੇ ਜੀ ਇੱਕ ਟੈਸਟ ਚਾਰਜ ਨੂੰ ਅਸੀਂ ਲੈ ਕੇ ਆ ਰਹੇ ਇਨਵਰਟ ਡਾਇਰੈਕਸ਼ਨ ਚ। ਮੰਨ ਲਓ ਇੱਕ ਟੈਸਟ ਚਾਰਜ ਮੈਂ A ਤੋਂ B ਡਾਇਰੈਕਸ਼ਨ ਚ ਸ਼ਿਫਟ ਕਰਦਾ ਪਿਆ, ਜਦੋਂ ਟੈਸਟ ਚਾਰਜ ਨੂੰ A ਤੋਂ B ਡਾਇਰੈਕਸ਼ਨ ਚ ਮੈਂ ਸਮਾਲ ਡਿਸਪਲੇਸਮੈਂਟ ਦਿੱਤੀ, ਆਪਾਂ ਡਿਸਪਲੇਸਮੈਂਟ ਦਾ ਸਿੰਬਲ dr ਰੱਖ ਲਿਆ, ਠੀਕ ਹੈ, ਭਾਵੇਂ dx ਲਿਖ ਦੋ ਕੋਈ ਗਲਤੀ ਨਹੀਂ। ਇਸ ਸੋਰਸ ਚਾਰਜ ਨੇ ਇੱਥੇ ਜਦੋਂ A ਤੋਂ B ਮੈਂ ਸ਼ਿਫਟ ਕੀਤਾ ਟੈਸਟ ਚਾਰਜ ਨੂੰ, ਇੱਥੇ ਜਦੋਂ ਆਪਾਂ ਟੈਸਟ ਚਾਰਜ ਨੂੰ ਸ਼ਿਫਟ ਕੀਤਾ, ਠੀਕ ਹੈ, A ਤੋਂ B ਪੁਆਇੰਟ ਤੇ ਜਦੋਂ ਮੈਂ ਟੈਸਟ ਚਾਰਜ ਸ਼ਿਫਟ ਕੀਤਾ 1 ਕੂਲਮ ਦਾ, ਹਨਾ, ਤੇ ਇਸ ਮੂਵਮੈਂਟ ਦੇ ਸੋਰਸ ਚਾਰਜ ਨੇ ਬਾਹਰਲੇ ਪਾਸੇ ਨੂੰ ਇਲੈਕਟ੍ਰਿਕ ਫੀਲਡ ਲਗਾਇਆ, ਰਿਪੈਲ ਕੀਤਾ ਉਹਨੂੰ, ਇਸ ਲਈ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆਊਟਵਰਡ ਲੱਗਦੀ ਪਈ ਤੇ ਟੈਸਟ ਚਾਰਜ ਦੀ ਡਿਸਪਲੇਸਮੈਂਟ ਇਨਵਰਡ ਹੁੰਦੀ ਪਈ। ਕੀ ਇੰਨੀ ਗੱਲ ਕਲੀਅਰ? ਯੈਸ ਸਰ। ਤੇ ਆਪਾਂ ਬੇਟਾ ਕੀਤਾ ਸੀਗਾ ਵੀ ਨੋ ਦੈਟ ਜੇ ਮੈਂ ਵਰਕ ਡਨ ਲਿਖਾਂ ਤੇ ਵਰਕ ਡਨ ਦਾ ਫਾਰਮੂਲਾ ਹੁੰਦਾ ਫੋਰਸ ਇਨਟੂ ਡਿਸਪਲੇਸਮੈਂਟ, ਤੇ ਆਪਾਂ ਫੋਰਸ ਨੂੰ ਇਲੈਕਟ੍ਰਿਕ ਫੀਲਡ ਦੀ ਫਾਰਮ ਚ ਲਿਖਣਾ ਹੋਵੇ, ਇਹਨੂੰ ਲਿਖ ਦਾਂਗੇ Q0 E ਡਾਟ dr ਵੈਕਟਰ। ਇਸ ਵੇਲੇ ਇਲੈਕਟ੍ਰਿਕ ਫੀਲਡ ਦੇ ਡਿਸਪਲੇਸਮੈਂਟ ਜਿਹੜੇ ਨੇ ਦੋਨੋਂ ਇੱਕ ਦੂਜੇ ਤੋਂ ਆਪੋਜ਼ਿਟ ਆ, ਡਾਟ ਹਟਾਵਾਂਗਾ cos ਥੀਟਾ ਆਏਗਾ ਔਰ ਆਪੋਜ਼ਿਟ ਕਰਕੇ 180 ਆਏਗਾ। ਇਹਦਾ ਮਤਲਬ ਸਾਡੇ ਕੋਲ ਵਰਕ ਡਨ ਦਾ ਫਾਰਮੂਲਾ ਆ ਗਿਆ Q0 E dr cos 180 डिग्री। ਆਪਾਂ ਰਿਲੇਸ਼ਨ ਬਣਾਣਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਤੇ ਪੋਟੈਂਸ਼ੀਅਲ ਗ੍ਰੇਡੀਅੰਟ। ਗ੍ਰੇਡੀਅੰਟ ਵਰਡ ਅਸੀਂ ਕਿੱਥੇ ਯੂਜ਼ ਕਰਦੇ ਹਾਂ? ਜਿਸ ਕਿਸੇ ਟਰਮ ਨੂੰ ਵੀ ਡਿਸਟੈਂਸ ਨਾਲ ਡਿਵਾਈਡ ਕੀਤਾ ਹੋਵੇ, ਜਿਸ ਕਿਸੇ ਟਰਮ ਨੂੰ ਤੁਸੀਂ ਡਿਸਟੈਂਸ ਨਾਲ ਡਿਵਾਈਡ ਕਰਦੇ ਹੋ ਉੱਥੇ ਅਸੀਂ ਜਿਹੜਾ ਗ੍ਰੇਡੀਅੰਟ ਵਰਡ ਇੰਟਰੋਡਿਊਸ ਕਰਦੇ ਹਾਂ। ਜਿਵੇਂ ਆ ਕਹਾਂ ਕਿ ਮੇਰੇ ਕੋਲ ਰੋਡ ਆ, ਇਹਦੇ ਇੱਕ ਐਂਡ ਤੇ ਟੈਂਪਰੇਚਰ 100 ਕੈਲਵਿਨ ਆ, ਦੂਜੇ ਐਂਡ ਤੇ 10 ਕੈਲਵਿਨ ਆ, ਰੋਡ ਦੀ ਲੈਂਥ 10 ਸੈਂਟੀਮੀਟਰ ਆ, ਤੇ ਮੈਂ ਕਹੂੰਗਾ 90 ਕੈਲਵਿਨ ਦਾ ਡਿਫਰੈਂਸ 10 ਸੈਂਟੀਮੀਟਰ ਚ 90 ਕੈਲਵਿਨ ਨੂੰ 10 ਨਾਲ ਡਿਵਾਈਡ ਕਰ ਲਓ ਤੇ 1 ਸੈਂਟੀਮੀਟਰ ਦੇ ਵਿੱਚ ਟੈਂਪਰੇਚਰ ਦਾ ਡਿਫਰੈਂਸ ਕਿੰਨਾ ਉਹ ਮੈਨੂੰ ਮਿਲ ਜੂ। ਤੇ ਜਿਹੜਾ ਟੈਂਪਰੇਚਰ ਨੂੰ ਲੈਂਥ ਨਾਲ ਡਿਵਾਈਡ ਕੀਤਾ ਉਸ ਟਰਮ ਦਾ ਨਾਮ ਟੈਂਪਰੇਚਰ ਗ੍ਰੇਡੀਅੰਟ ਆ। ਇਦਾਂ ਹੀ ਆਪਾਂ ਆ ਕਿਹਾ ਇੱਥੇ ਮੇਜਰ ਕਰ ਲਓ ਇਸ ਸੋਰਸ ਚਾਰਜ ਦਾ ਪੋਟੈਂਸ਼ੀਅਲ ਕਿੰਨਾ, ਇੱਥੇ ਮੇਜਰ ਕਰ ਲਓ ਸੋਰਸ ਚਾਰਜ ਦਾ ਪੋਟੈਂਸ਼ੀਅਲ ਕਿੰਨਾ, ਜੋ ਪੋਟੈਂਸ਼ੀਅਲ ਦਾ ਡਿਫਰੈਂਸ ਆ, ਠੀਕ ਹੈ, ਜੋ ਪੋਟੈਂਸ਼ੀਅਲ ਦਾ ਡਿਫਰੈਂਸ ਆ ਉਹਨੂੰ ਇਸ ਡਿਸਟੈਂਸ ਨਾਲ ਡਿਵਾਈਡ ਕਰ ਲਵਾਂ ਤੇ ਉਸ ਟਰਮ ਦਾ ਨਾਮ ਪੋਟੈਂਸ਼ੀਅਲ ਗ੍ਰੇਡੀਅੰਟ ਆ। ਇੰਨੀ ਗੱਲ ਸਮਝ ਲੱਗ ਰਹੀ? ਯੈਸ ਸਰ। ਯੈਸ ਸਰ। ਇਹੀ ਟਰਮ ਬਣਾਉਣ ਵਾਸਤੇ ਆਪਾਂ ਕਰਨ ਲੱਗੇ ਟੈਸਟ ਚਾਰਜ ਨੂੰ ਇੱਧਰ ਲੈ ਕੇ ਡਿਵਾਈਡ ਕਰ ਦਿਓ, therefore dw by q0 equal to -e into dr। ਤੇ ਵਰਕ ਪਰ ਯੂਨਿਟ ਟੈਸਟ ਚਾਰਜ ਇਹਨੂੰ ਅਸੀਂ ਪੋਟੈਂਸ਼ੀਅਲ ਕਹਿੰਦੇ ਆ ਜਾਂ ਪੋਟੈਂਸ਼ੀਅਲ ਡਿਫਰੈਂਸ ਕਹਿੰਦੇ ਆ। ਇਹਦਾ ਮਤਲਬ ਜੇ ਮੈਂ ਇਹਨੂੰ ਡਿਫਾਈਨ ਕਰਾਂ, ਠੀਕ ਹੈ, ਇਹਨੂੰ ਇਦਾਂ ਲਿਖ ਦੋ ਕਿ ਵੀ ਇਹਨੂੰ ਪੋਟੈਂਸ਼ੀਅਲ ਗ੍ਰੇਡੀਅੰਟ ਆਪਾਂ ਪੋਟੈਂਸ਼ੀਅਲ ਡਿਫਰੈਂਸ dv ਲਿਖਤਾ, ਇਹਨੇ ਡਿਫਾਈਨ ਕਰ ਦਿੰਦੇ we know that work done per unit charge ਜਿਹੜਾ ਉਹ ਪੋਟੈਂਸ਼ੀਅਲ ਹੁੰਦਾ ਜਾਂ ਪੋਟੈਂਸ਼ੀਅਲ ਡਿਫਰੈਂਸ ਹੁੰਦਾ। A ਤੋਂ B ਦੇ ਵਿੱਚ ਜਿਹੜਾ ਪੋਟੈਂਸ਼ੀਅਲ ਦਾ ਡਿਫਰੈਂਸ ਬਣਿਆ ਉਹਨੂੰ dv ਲਿਖ ਲਿਆ ਤੇ ਨਾਲ ਹੀ ਆ ਟਰਮ ਇੱਧਰ ਲੈ ਕੇ ਡਿਵਾਈਡ ਕਰ ਲਓ, dv by dr equal to -e और P equal to -dv by dr। ਆ ਮੇਰੇ ਕੋਲ ਇੱਕ ਰਿਲੇਸ਼ਨ ਆ ਜਾਏਗਾ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨੂਮੈਰਿਕਲੀ, ਠੀਕ ਹੈ, ਨੈਗੇਟਿਵ ਆਫ ਪੋਟੈਂਸ਼ੀਅਲ ਗ੍ਰੇਡੀਅੰਟ ਦੇ ਇਕੁਅਲ, ਤੇ ਲਾਸਟ ਇੱਕ ਵਰਡ ਨਾਲ ਜੋੜ ਰਿਹਾ ਨੈਗੇਟਿਵ ਸਾਈਨ ਕੀ ਇੰਡੀਕੇਟ ਕਰਦਾ, ਤੇ ਇੱਕ ਤੇ ਨੈਗੇਟਿਵ ਸਾਈਨ ਮੈਨੂੰ ਡਿਫਾਈਨ ਕਰਦਾ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਾਇਰੈਕਸ਼ਨ ਜਿਹੜੀ ਆ ਉਹ ਡਿਕਰੀਜ਼ਿੰਗ ਪੋਟੈਂਸ਼ੀਅਲ ਵੱਲ ਵਾ। ਹੁਣ ਆ ਵਰਡ ਸਮਝਿਓ, ਡਿਕਰੀਜ਼ਿੰਗ ਪੋਟੈਂਸ਼ੀਅਲ। ਪੋਟੈਂਸ਼ੀਅਲ ਦਾ ਫਾਰਮੂਲਾ ਹੁੰਦਾ kq/r। ਜਿਵੇਂ ਇਸ ਸੋਰਸ ਚਾਰਜ ਦਾ ਪੋਟੈਂਸ਼ੀਅਲ ਮੇਜਰ ਕਰਨਾ ਹੋਵੇ ਇੱਕ ਵਾਰੀ B ਤੇ ਇੱਕ ਵਾਰੀ A ਤੇ, ਕਿੱਥੇ ਪੋਟੈਂਸ਼ੀਅਲ ਜ਼ਿਆਦਾ ਹੋਏਗਾ, B ਤੇ ਕਿ A ਤੇ? A ਤੇ ਸਰ। ਉੱਟ ਗਾਉਂਗੇ ਓਏ, B ਤੇ B ਤੇ B ਤੇ ਸਰ। B R ਦੇ ਇਨਵਰਸਲੀ ਆ ਤੇ O ਤੋਂ B ਦਾ ਡਿਸਟੈਂਸ ਥੋੜਾ ਵਾ, ਇਹ ਮਤਲਬ ਇੱਥੇ ਪੋਟੈਂਸ਼ੀਅਲ ਸਟਰੋਂਗਰ ਹੋ। ਮਤਲਬ ਜੇ ਮੈਂ ਇਨਫਿਨਿਟੀ ਤੋਂ ਇੱਥੇ ਚਾਰਜ ਲੈ ਕੇ ਆਵਾਂ, ਉਹ ਤੇ ਦਿਮਾਗ 'ਚ ਲਿਆਓ ਨਾ, ਜੇ ਮੈਂ ਇੱਥੇ ਚਾਰਜ ਲੈ ਕੇ ਆਵਾਂ ਇਨਫਿਨਿਟੀ ਤੋਂ, ਠੀਕ ਹੈ, ਤੇ ਇਸ ਚਾਰਜ ਨੇ ਉਹਨੂੰ ਰਿਪੈਲ ਕਰਨ ਲਈ ਵਰਕ ਕੀਤਾ, ਤੇ ਜੇ ਮੈਂ ਇਨਫਿਨਿਟੀ ਦੇ ਇੱਥੇ ਲਿਆਂਦੀ ਨਾ ਤੇ ਚਾਰਜ ਇੱਥੇ ਲੈ ਕੇ ਆਵਾਂ ਤੇ ਇੱਥੇ ਜਿਹੜਾ ਹੋਏਗਾ ਇਹਦੀ ਰਿਪਲਸ਼ਨ ਜ਼ਿਆਦਾ ਸਟਰੋਂਗਰ ਹੋ। ਯੈਸ। ਇਹਦਾ ਮਤਲਬ ਇਹ ਹੋਇਆ ਇੱਥੇ ਚਾਰਜ ਨੂੰ ਲੈ ਕੇ ਆਉਣ ਵਾਸਤੇ ਮੈਨੂੰ ਜ਼ਿਆਦਾ ਵਰਕ ਕਰਨਾ ਪਏਗਾ,
ਤੇ ਜਿੰਨਾ ਵਰਕ ਉਹਨਾਂ ਪੋਟੈਂਸ਼ੀਅਲ। ਇਹਦਾ ਮਤਲਬ ਕੀ ਹੋ ਗਿਆ, ਇਹ B ਪੁਆਇੰਟ ਤੇ ਪੋਟੈਂਸ਼ੀਅਲ ਸਟਰੋਂਗਰ ਆ, A ਪੁਆਇੰਟ ਤੇ ਪੋਟੈਂਸ਼ੀਅਲ ਵੀਕਰ ਆ C ਤੇ ਕਿਤੇ ਚੱਲ ਜਾਵਾਂ ਪੋਟੈਂਸ਼ੀਅਲ ਹੋਰ ਘਟ ਗਿਆ। ਇਹਦਾ ਮਤਲਬ ਜਿੱਦਾਂ ਜਿੱਦਾਂ ਸੋਰਸ ਚਾਰਜ ਤੋਂ ਮੈਂ ਪਰੇ ਜਾ ਰਿਹਾ ਤੇ potential will going on decreasing। Yes, sir. Yes, sir. ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਆ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆਹੀ ਡਿਕਰੀਜ਼ਿੰਗ ਪੋਟੈਂਸ਼ੀਅਲ ਵਾਲੀ ਡਾਇਰੈਕਸ਼ਨ ਬਣ ਗਈ ਫਿਰ। Yes, sir. ਇਸ ਕਰਕੇ ਆ ਪੁੱਛ ਲਿਆ ਜਾਵੇ ਨੈਗੇਟਿਵ ਸਾਈਨ ਕੀ ਇੰਡੀਕੇਟ ਕਰਦਾ, ਤੇ ਨੈਗੇਟਿਵ ਸਾਈਨ ਇੰਡੀਕੇਟ ਦਾ ਕਿ ਡਾਇਰੈਕਸ਼ਨ ਆਫ ਅ ਇਲੈਕਟ੍ਰਿਕ ਫੀਲਡ ਇਜ਼ ਆਲਵੇਸ ਬੀ ਇਨ ਦਾ ਡਿਕਰੀਜ਼ਿੰਗ એનર્ਜੀ ਪੋਟੈਂਸ਼ੀਅਲ ਸਾਈਡ। क्या आ रिलेशन क्लियर है? Yes, sir.